ਸ਼ਲੋਕ ਮਹਲਾ ਪਹਿਲਾ। ਪੁਰਖਾ ਬਿਰਖਾ ਤੀਰਥਾ ਤਟਾ ਮੇਗਾ ਖੇਤਾ ਦੀਪਾ ਲੋਹਾ ਮੰਡਲਾ ਠੰਡਾ ਠੰਡਾ ਅੰਡਿ ਜੇ ਜੀਤ ਤਜਾ ਸ਼ਕਲ ਤਖਤ ਦੇ ਮਾਲਕ ਵਾਲੀ ਕੁਲ ਆਲਮ ਸਮੁੱਚੀ ਕਾਇਨਾਤ ਕੁਦਰਤ ਦੇ ਰਹਿਬਰ ਸਾਹਿਬ ਸੱਚਾ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ सच्चे पातशाह जी की कृपा रहमत बख्शिश हुई है। हर रोज की तरह बाबे की पावन बाणी आशा निवार विचार करने का जिक्र कर रहे हैं। आओ विचार आरंभ करने तो पहला अदब प्यार से बुलाओ फतेह आपको जी वाहिगुरू जी का खालसा वाहिगुरू जी की फतेह। सतगुरु गुरु नानक साहिब महाराज सच्चे पातशाह जी ने सानू सबना एक बड़ी प्यारी बात बड़ी प्यारी सिक्ख्या जी बाणी के राही देना की है। सतगुरु जी ने आज्ञा बंदिया जदों सतगुरु शब्द नाल जुड़दा ही साडी जिंदगी जिहड़ी सतगुरु के द्वारा चलती है। महाराज ने आख्या फिर जरा ध्यान दे नाल सोची अते विचारी अंदाजा लगाई जरा कि अकाल पुरख वाहिगुरू ने आज सृष्टि साजी है। समुची कायनात कुदरत जिहड़ी सानू जिस रही है मरण किते इसके अंदर वेखो किन्ने पाठ ने असीं भी हम पुरख
ਤੇ ਉਹਨਾਂ ਪੁਰਖਾਂ ਦੀਆਂ ਲੋੜਾਂ ਬਿਰਖਾਂ ਅੱਜ ਦਾ ਪਾਵਨ ਸਰੂਪ। ਹਰੇਕ ਜਿਹੜੀ ਵੀ ਚੀਜ਼ ਜੋ ਵੀ ਸਾਨੂੰ ਦਿਸ ਰਿਹਾ, ਜੋ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਨਾ, ਉਹਨਾਂ ਦੀਆਂ ਆਪਣੀਆਂ ਆਪਣੀਆਂ ਲੋੜਾਂ, ਤੇ ਉਹਨਾਂ ਲੋੜਾਂ ਨੂੰ ਪੂਰੀਆਂ ਕੌਣ ਕਰ ਰਿਹਾ ਹੈ? ਕੋਈ ਇੱਕ ਬੰਦਾ ਤਾਂ ਕਰ ਨਹੀਂ ਰਿਹਾ। ਕੱਲ ਆਪਾਂ ਸਮਝਿਆ ਵੀ ਹੈ ਕਿ ਜੇ ਕੋਈ ਇੱਕ ਬੰਦਾ ਕਿਸੇ ਨੂੰ ਦਾਨ ਕਰਦਾ ਹੈ, ਕਿਸੇ ਨੂੰ ਕੁਝ ਦਿੰਦਾ ਹੈ, ਤੇ ਉਹ ਇਸ ਵਿਚਾਰ ਨਾਲ ਦਿੰਦਾ ਹੈ ਕਿ ਮੈਂ ਦਿੱਤਾ, ਹਉਮੈ ਵਿੱਚ ਹੈ, ਹਉਮੈ ਵਿੱਚ ਪਾਪ ਪੁੰਨ ਵਿਚਾਰ, ਹਉਮੈ ਦੇ ਵਿੱਚ ਸਾਰਾ ਕੁਝ ਕਰਦਾ ਹੈ ਪਰ ਹਉਮੈ ਵਿੱਚ ਕਰ ਰਿਹਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਅੱਜ ਬੜਾ ਪਿਆਰਾ ਉਪਦੇਸ਼ ਦਿੱਤਾ ਤੇ ਆਖਿਆ, ਉਸ ਕਰਤੇ ਨੇ ਇਸ ਸਮੁੱਚੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਤੇ ਇਸ ਸ੍ਰਿਸ਼ਟੀ ਦੇ ਅੰਦਰ ਜੋ ਕੁਝ ਵੀ ਜੀਵ ਜੰਤ, ਜੋ ਕੁਝ ਅਸੀਂ ਦੇਖ ਰਹੇ ਹਾਂ, ਜੋ ਕੁਝ ਉਸ ਨੇ ਪੈਦਾ ਕੀਤਾ ਹੈ, ਉਹਨਾਂ ਜੀਵਾਂ ਦੀਆਂ ਹਰੇਕ ਕੁਝ ਦੀਆਂ ਆਪਣੀਆਂ ਆਪਣੀਆਂ ਲੋੜਾਂ ਨੇ ਤੇ ਉਹਨਾਂ ਲੋੜਾਂ ਨੂੰ ਉਹ ਕਰਤਾ ਆਪ ਪੂਰੀਆਂ ਕਰ ਰਿਹਾ ਹੈ, ਕੋਈ ਹੋਰ ਦੂਜਾ ਨਹੀਂ। ਤੇ ਲੋੜਾਂ ਪੂਰੀਆਂ ਕਰਕੇ ਉਹ ਜਨਾਉਂਦਾ ਨਹੀਂਗਾ। ਕਰਤਾ ਪੁਰਖ ਸਾਡੀਆਂ ਜੀਵਾਂ ਦੀਆਂ, ਜਨਤਾਂ ਦੀਆਂ, ਇੱਥੇ ਆਖਰ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਕੇ ਉਹ ਜਨਾਉਂਦਾ ਨਹੀਂ। ਹਾਂ, ਉਹਨਾਂ ਨੂੰ ਉਸ ਰੱਬ ਨੂੰ ਇੱਕ ਚਿੰਤਾ ਹੈ, ਮੈਨੂੰ ਕੋਈ ਚਿੰਤਾ ਨਹੀਂ, ਮੈਨੂੰ ਚਿੰਤਾ ਕਰਨੀ ਵੀ ਨਹੀਂ ਚਾਹੀਦੀ। ਬਾਬੇ ਨੇ ਆਖਿਆ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਉਹਨੇ ਪੁਰਖ ਪੈਦਾ ਕੀਤੇ ਨੇ, ਬਿਰਖਾਂ ਵਨਸਪਤੀ ਪੈਦਾ ਕੀਤੀ ਹੈ, ਤੀਰਥ ਪੈਦਾ ਕੀਤੇ ਨੇ, ਤੱਟਾਂ ਤੀਰਥਾਂ ਦੇ ਤੱਟ ਕਿਨਾਰੇ ਜਿਹੜੇ ਨੇ ਉਹ ਪੈਦਾ ਕੀਤੇ ਨੇ, ਮੇਘਾਂ ਬੱਦਲ ਪੈਦਾ ਕੀਤੇ ਨੇ, ਖੇਤਾਂ ਖੇਤ ਪੈਦਾ ਕੀਤੇ ਨੇ। ਜੋ ਕੁਝ ਵੀ ਹੈ ਸਾਰਾ ਕੁਝ ਬਾਬਾ ਨਾਨਕ ਸਾਹਿਬ ਜੀ ਨੇ ਬਿਆਨ ਕੀਤਾ। ਪੁਰਖਾਂ ਨੂੰ ਜੋ ਕੁਝ ਚਾਹੀਦਾ ਰੱਬ ਦਿੰਦਾ ਹੈ, ਬਿਰਖਾਂ ਨੂੰ ਜੋ ਕੁਝ ਚਾਹੀਦਾ, ਜੋ ਲੋੜਾਂ ਰੱਬ ਪੂਰੀਆਂ ਕਰਦਾ ਹੈ, ਉਹ ਕਰਤਾ ਪੂਰੀਆਂ ਕਰਦਾ ਹੈ। ਤੇ ਮਹਾਰਾਜ ਕਹਿੰਦੇ, ਦੀਪਾਂ ਲੂਆਂ ਮੰਡਲਾਂ ਖੰਡਾਂ ਵਰਪੰਡਾਂ। ਦੀਪ ਕੀ ਹੈ? ਦੋਵੇਂ ਪਾਸੇ ਪਾਣੀ ਹੈ। ਜਿਸ ਚੀਜ਼ ਦੇ ਦੋਵੇਂ ਪਾਸੇ ਪਾਣੀ ਹੋਵੇ ਦੀਪ ਹੈ, ਉੱਥੇ ਵੀ ਉਹ ਰਿਜ਼ਕ ਬਣਾ ਰਿਹਾ। ਪਾਣੀ ਦੇ ਵਿੱਚ ਜਿੰਨੇ ਜੀਵ ਨੇ ਉਹਨਾਂ ਦੀਆਂ ਵੀ ਲੋੜਾਂ ਪੂਰੀਆਂ ਕਰ ਰਿਹਾ। ਪਾਣੀ ਦੇ ਉੱਪਰ ਧਰਤੀ ਦੇ ਉੱਪਰ ਨੇ ਜੋ ਉਹਨਾਂ ਦੀਆਂ ਵੀ ਲੋੜਾਂ ਪੂਰੀਆਂ ਕਰ ਰਿਹਾ। ਦੀਪਾਂ ਲੂਆਂ ਮੰਡਲਾਂ ਖੰਡਾਂ ਵਰ ਭੰਡਾਂ, ਕਹਿੰਦੇ ਨੇ ਅੰਡਜ ਜੇਰਜ ਉਤਪਜਾ ਖਾਣੀ ਸੇਤਜਾ। ਹੁਣ ਚਾਰ ਖਾਣੀਆਂ ਮੰਨੀਆਂ ਗਈਆਂ ਜਿੱਥੋਂ ਜੀਵ ਜੰਤੂ ਜਿਹੜੇ ਉਹ ਪੈਦਾ ਹੁੰਦੇ ਨੇ, ਜੋ ਕੁਝ ਪੈਦਾ ਹੋਵੇ, ਚਾਰ ਖਾਣੀਆਂ। ਸਤਿਗੁਰੂ ਜੀ ਆਖਦੇ ਨੇ ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਜਿਹੜੇ ਨੇ, ਜੇਰ ਤੋਂ ਪੈਦਾ ਹੋਣ ਵਾਲੇ ਜੀਵ ਜਿਹੜੇ ਨੇ, ਉਤਪਜਾ ਧਰਤੀ ਚੋਂ ਉੱਗਣ ਵਾਲੇ ਜਿਹੜੇ ਵਨਸਪਤੀ ਜੋ ਵੀ ਹੈ, ਸੇਤਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ। ਵੇਖੋ ਇਹ ਜੋ ਵੀ ਸਿਸਟਮ ਕਰਦੇ ਨੇ ਪੈਦਾ ਕੀਤਾ ਹੈ ਨਾ, ਉਹ ਆਪਣੇ ਮੁਤਾਬਕ ਸਾਰਾ ਕੁਝ ਆਪਣੇ ਫਰਜ਼ ਜਿਹੜੇ ਉਹ ਨਿਭਾ ਰਿਹਾ। ਸਾਨੂੰ ਆਪਣੇ ਫਰਜ਼ ਸਮਝਣੇ ਚਾਹੀਦੇ ਨੇ ਤੇ ਸਾਡੇ ਫਰਜ਼ ਜੋ ਨੇ ਉਹਨਾਂ ਫਰਜ਼ਾਂ ਨੂੰ ਅਸੀਂ ਤਾਂ ਸਮਝ ਪਾਵਾਂਗੇ ਜਦੋਂ ਅਸੀਂ ਬਾਣੀ ਨੂੰ ਸਮਝਾਂਗੇ। ਬੰਦੇ ਦੇ ਫਰਜ਼ ਜਿਹੜੇ ਨੇ ਗੁਰਬਾਣੀ ਬੜੀ ਕਲੀਅਰ ਨਾਲ ਸਮਝਾਉਂਦੀ ਹੈ, ਬੜੇ ਧਿਆਨ ਨਾਲ ਸਮਝਾਉਂਦੀ ਹੈ। ਬੰਦਿਆਂ ਜੋ ਤੇਰੇ ਕਰਮ ਨੇ ਉਹ ਕਰਮ ਕਰ, ਕੀ ਕਰਮ ਹੈ? ਤੂੰ ਆਇਆ ਪ੍ਰਾਣੀ, ਤੂੰ ਆਇਆ ਰਹਾ ਲੈਣ, ਲੱਗਾ ਕਿਤ ਕੋ ਪਕੜੇ ਸਭ ਮੁਕਦੀ ਚੱਲੀ ਰਹਿਣ। ਆਪਣਾ ਫਰਜ਼ ਪੂਰਾ ਕਰਨਾ। ਪਿੱਛੇ ਵੀ ਆਪਾਂ ਵਿਚਾਰ ਕੀਤੀ ਹੈ, ਰੋਜ਼ ਆਪਾਂ ਸੋਦਰ ਦੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਹਾਂ,
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਫਰਜ਼ ਹੈ। ਤੇ ਉਹਦੇ ਨਾਲ ਸਾਡਾ ਮਿਲਣਾ ਜੇ ਫਰਜ਼ ਹੈ ਤੇ ਉਹ ਕਿਵੇਂ ਹੈ? ਜਗ ਜੀਵਨ ਦਾਤਾ ਪਾਇਆ। ਕਦੋਂ ਅਸੀਂ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਪਾਵਾਂਗੇ? ਜਦੋਂ ਸਾਡੇ ਅੰਦਰੋਂ ਚਿੰਤਾ ਖਤਮ ਹੋਏਗੀ, ਇਹ ਮੰਨ ਲਵਾਂਗੇ हे ਮੇਰੇ ਨਾਨਕ ਗੁਰੂ ਜੀ, ਤੂੰ ਜੇਕਰ ਕਰਤਾ ਪੁਰਖ ਦੀ ਗੱਲ ਸਾਨੂੰ ਸਮਝਾਈ ਹੈ, ਉਸ ਗੱਲ ਨੂੰ ਅਸੀਂ ਸਮਝ ਲਿਆ ਤੇ ਇਹ ਗੱਲ ਆਖ ਦਿੰਦੇ ਹਾਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਕਿਸੇ ਕੀ ਹੈ। ਚਿੰਤਾ ਉਸ ਨੂੰ ਹੈ। ਗੱਲ ਸਮਝ ਲੱਗ ਗਈ ਤੇ ਬਾਬੇ ਨੇ ਆਖਿਆ, ਅੰਡਜ ਜੇਰਜ ਉਤ ਉਜਾ ਖਾਣੀ ਸੇ ਤਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਜੋ ਕੁਝ ਵੀ ਹੈ ਨਾ ਇਹ ਨਾਨਕ ਉਹ ਸਾਰਾ ਕੁਝ ਜਾਣਦਾ ਹੈ। ਜਿਸ ਕਰਤੇ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ। ਜਿਨੇ ਪੈਦਾ ਕੀਤਾ ਇਹਨੂੰ ਨਾਨਕ ਸਾਹਿਬ ਕਹਿੰਦੇ, ਜਿਨੇ ਪੈਦਾ ਕੀਤਾ ਹੈ ਸੰਭਾਲ ਤਾਂ ਉਹਨੇ ਕਰਨੀ ਹੈ ਨਾ। ਸੰਭਾਲੇ ਸਭਨਾ, ਸਭਨਾ ਦਾ ਅਰਥ ਕੀ ਹੈ? ਸਾਰਿਆਂ ਦੀ ਸੰਭਾਲ ਕਰਨਾ। ਉਹ ਇਵੇਂ ਨਹੀਂ ਸੰਭਾਲ ਕਰਦਾ ਵੀ ਮੈਂ ਆਖਾਂ ਵੀ ਮੈਂ ਤੈਨੂੰ ਜ਼ਿਆਦਾ ਮੰਨਦਾ ਤੇ ਮੇਰੀ ਸੰਭਾਲ ਜ਼ਿਆਦਾ ਕਰ, ਮੈਂ ਤੇਰੀ ਅਲੱਗ ਤਰੀਕਿਆਂ ਨਾਲ ਪੂਜਾ ਜ਼ਿਆਦਾ ਕਰਦਾ ਤੇ ਮੇਰੀ ਸੰਭਾਲ ਜ਼ਿਆਦਾ ਕਰ। ਨਾ ਜੀ, ਇਦਾਂ ਨਹੀਂ। ਉਹ ਪੂਰਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੀ ਇੱਕੋ ਜਿਹੀ ਸੰਭਾਲ ਕਰਦੇ ਆ। ਭਾਵੇਂ ਉਹਨੂੰ ਕੋਈ ਮੰਨੇ, ਭਾਵੇਂ ਉਹਨੂੰ ਕੋਈ ਨਾ ਮੰਨੇ, ਭਾਵੇਂ ਉਹਨੂੰ ਕੋਈ ਪੂਜੇ, ਭਾਵੇਂ ਉਹਨੂੰ ਕੋਈ ਨਾ ਪੂਜੇ, ਭਾਵੇਂ ਉਹਦੀ ਕੋਈ ਸਿਫਤ ਸਲਾਹ ਕਰੇ ਤੇ ਭਾਵੇਂ ਨਾ ਕਰੇ, ਉਹਦਾ ਫਰਜ਼ ਹੈ, ਉਹਨੇ ਸਾਰਿਆਂ ਦੀ ਸੰਭਾਲ ਕਰਨੀ ਹੈ। ਸੰਭਾਲੇ ਸਭਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਬੜੇ ਪਿਆਰ ਨਾਲ ਸਾਨੂੰ ਸਮਝਾਉਣਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਜੰਤ ਉਪਾਇ ਕੇ ਸੰਭਾਲੇ ਸਭਨਾ, ਜਿਨ ਕਰਤੇ ਕਰਨਾ ਕੀਆ। ਜਿਸ ਕਰਤੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰਾ ਕੁਝ ਕੀਤਾ ਹੋਇਆ, ਸਾਰਾ ਕੁਝ ਬਣਾਇਆ ਹੋਇਆ। ਸਾਨੂੰ ਚਿੰਤਾ ਪੈ ਗਈ ਨਾ ਕਿ ਪਤਾ ਨਹੀਂ ਆਹ ਕਰੋਨਾ ਜਿਹੜੀ ਬਿਮਾਰੀ ਮਹਾਮਾਰੀ ਆਈ ਹੈ, ਪਤਾ ਨਹੀਂ ਜਾਏਗੀ ਕਿ ਨਹੀਂ ਜਾਏਗੀ। ਕਈ ਚਿੰਤਾ ਦੇ ਵਿੱਚ ਬੱਝੇ ਹੋਏ ਨੇ, ਬਹੁਤ ਸਾਰੀ ਦੁਨੀਆ ਹੀ ਚਿੰਤਾ ਵਿੱਚ ਕਹਿ ਲਈਏ ਬੱਝੀ ਹੋਈ ਹੈ। ਉਸ ਦੀ ਕੁਦਰਤ ਦੇ ਨਾਲ ਅਸੀਂ ਖਿਲਵਾੜ ਨਾ ਕਰਦੇ, ਉਸ ਦੀ ਕੁਦਰਤ ਦੇ ਨਾਲ ਪਿਆਰ ਕਰਦੇ, ਜਿਵੇਂ ਬਾਬੇ ਨੇ ਸਮਝਾਇਆ ਤੇ ਇਹ ਸਾਰਾ ਕੁਝ ਚਿੰਤਾ ਵਾਲਾ ਰੋਗ ਨਾ ਪੈਦਾ ਹੁੰਦਾ। ਉਹਨੇ ਥੋੜੀ ਪੈਦਾ ਕੀਤਾ ਹੈ, ਅਸੀਂ ਖੁਦ ਆਪ ਸਹਿਜਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜਿਨ ਕਰਤੇ ਕਰਨਾ ਕੀਆ ਚਿੰਤਾ ਭੇ ਕਰਨੀ ਤਾ। ਮਤਲਬ ਜਿਨੇ ਪੈਦਾ ਕੀਤਾ ਚਿੰਤਾ ਉਹਨੂੰ ਹੈ। ਰੋਗ ਪੈਦਾ ਜਿਹਨਾਂ ਕੀਤਾ ਹੈ ਤੇ ਸਭ ਕੁਝ ਚਿੰਤਾ ਉਹਨਾਂ ਨੂੰ ਹੈ। ਤੇ ਜੇ ਸਾਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ, ਭਾਵੇਂ ਉਹ ਚਾਰ ਖਾਣੀਆਂ ਰਾਹੀਂ ਪੈਦਾ ਕਰਦਾ ਹੈ, ਭਾਵੇਂ ਜਿਸ ਤਰੀਕੇ ਨਾਲ ਵੀ ਉਹ ਪੈਦਾ ਕਰਦਾ ਹੈ ਨਾ, ਚਿੰਤਾ ਉਸੇ ਨੂੰ ਹੈ ਵੀ ਮੈਂ ਪ੍ਰਤ ਪਾਲਣਾ ਕਿਵੇਂ ਕਰਨੀ ਹੈ। ਉਹਦੇ ਨਿਯਮ ਹੈ ਨਾ, ਕਰਤੇ ਦੀ ਇੱਕ ਨਿਯਮਾਵਲੀ ਹੈ, ਉਹਨੇ ਇੱਕ ਕਾਨੂੰਨ ਬਣਾ ਦਿੱਤਾ ਹੈ ਨਾ ਕਿ ਇਹ ਸ੍ਰਿਸ਼ਟੀ ਨੇ ਇਵੇਂ ਚੱਲਣਾ। ਪੜਿਆ ਆਪਾਂ ਵੀ ਉਹਦੇ ਹੁਕਮ ਰਜਾਈ ਚੱਲਣਾ ਹੈ, ਉਹਦੇ ਹੁਕਮ ਵਿੱਚ ਚੱਲਣਾ। ਜੋ ਉਹਦੇ ਹੁਕਮ ਵਿੱਚ ਚੱਲਣ ਦੀ ਤਰਤੀਬ ਜਿਹੜੀ ਹੈ, ਕਿਵੇਂ ਚੱਲਣਾ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿਖਾਉਂਦੇ ਨੇ। ਸਤਿਗੁਰੂ ਜੀ ਕਹਿੰਦੇ, ਜਿਨ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸ ਨੇ ਉਹ ਸਾਰੀ ਸ੍ਰਿਸ਼ਟੀ ਇਹ ਪੈਦਾ ਕੀਤੀ ਹੈ ਨਾ, ਜਗਤ ਪੈਦਾ ਕੀਤਾ ਹੈ, ਉਹਨੂੰ ਚਿੰਤਾ ਹੈ, ਉਹ ਸਾਰਿਆਂ ਦੀ ਸੰਭਾਲ ਕਰਦਾ ਹੈ। ਤੇ ਗੁਰੂ ਗਰੀਬ ਨਵਾਜ ਜੀ ਨੇ ਬੜੇ ਪਿਆਰ ਨਾਲ ਸਮਝਾਇਆ, ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਨਾ, ਉਹ ਸਦਾ ਆਪਣੇ ਕਰਤੇ ਦੀ ਸਿਫਤ ਸਲਾਹ ਕਰਦੇ ਨੇ ਤੇ ਆਖਦੇ ਨੇ, ਤਿਸ ਜੋ ਹਾਰੀ ਸਵਸਥ ਤਿਸ ਦੀ ਬਾਣ। ਇਹ ਰੱਬ ਜੀ ਤੇਰੇ ਖਜ਼ਾਨੇ ਭਰੇ ਹੋਏ ਨੇ, ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਤੂੰ ਜਿੱਥੇ ਗਰੀਬ ਦੀ ਸੰਭਾਲ ਕਰਦਾ ਹੈ ਉੱਥੇ ਅਮੀਰ ਦੀ ਵੀ ਕਰਦਾ ਹੈ, ਜਿੱਥੇ ਅਮੀਰ ਦੀ ਸੰਭਾਲ ਕਰਦਾ ਉੱਥੇ ਗਰੀਬ, ਕਿਉਂਕਿ ਤੂੰ ਵਖਰੇਵਾਂ ਨਹੀਂ ਕਰਦਾ। ਤੇ ਮੈਂ ਤੇਰੀ ਜੈ ਜੈਕਾਰ ਕਰਦਾ ਹਾਂ, ਤੇਰੀ ਅੱਗੇ ਮੈਂ ਵੰਦਨਾ ਕਰਦਾ ਹਾਂ, ਤੈਨੂੰ ਮੈਂ ਨਮਸਕਾਰ ਕਰਦਾ ਹਾਂ, ਤੇਰੀ ਸਿਫਤ ਸਲਾਹ ਕਰਦਾ ਹਾਂ। ਤਿਸ ਜੋ ਹਾਰੀ ਸਵਸਤ ਤਿਸ ਦੀਵਾਨ ਅਭਗ, ਨਾਨਕ ਸੱਚੇ ਨਾਮ ਬਿਨ। ਅਖੀਰ ਬਾਬੇ ਨੇ ਇੱਕ ਬੜੀ ਸੋਹਣੀ ਗੱਲ ਸਮਝਾਈ, ਕਹਿਣ ਲੱਗੇ ਨਾਨਕ ਸੱਚੇ ਨਾਮ ਬਿਨ, ਸੱਚ ਤੋਂ ਬਿਨਾ, ਜੇ ਅਸੀਂ ਸੱਚ ਤੋਂ ਕਿਨਾਰਾ ਕਰ ਲਿਆ, ਅੱਜ ਸੱਚ ਤੋਂ ਅਸੀਂ ਕਿਨਾਰਾ ਕਰਦੇ, ਗੁਰਬਾਣੀ ਸੱਚ ਹੈ, ਗੁਰਬਾਣੀ ਨਾਮ ਸੱਚ ਹੈ, ਅਸੀਂ ਜਦੋਂ ਗੁਰਬਾਣੀ ਸੱਚ ਤੋਂ ਕਿਨਾਰਾ ਕਰਦੇ ਆ ਨਾ, ਤੇ ਉਦੋਂ ਬਾਬਾ ਆਖਦਾ ਹੈ ਭਾਵੇਂ ਧਰਮ ਦੇ ਨਾਂ ਤੇ ਤੂੰ ਮੱਥੇ ਤੇ ਤਿਲਕ ਵੀ ਲਾ, ਭਾਵੇਂ ਜਨੇਊ ਵੀ ਪਹਿਨ ਲੈ, ਚੇਤਾ ਰੱਖੀ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਕਰਦਾ। ਭਾਵੇਂ ਟਿੱਕਾ ਲਾ ਲੈ ਤੇ ਭਾਵੇਂ ਜਨੇਊ ਪਾ ਲੈ, ਭਾਵੇਂ ਕਿਰਪਾਨ ਪਾ ਲੈ ਤੇ ਭਾਵੇਂ ਦਸਤਾਰ ਬੰਨ ਲੈ, ਪੰਜ ਕਕਾਰੀ ਵਰਦੀ, ਕਿਸੇ ਵੀ ਹਰੇਕ ਦੀ ਗੱਲ ਕੀਤੀ ਨਾ ਬਾਬੇ ਨੇ। ਕੱਲਾ ਪੰਡਤ ਨੂੰ ਥੋੜੀ ਸਮਝਾਇਆ, ਸਾਨੂੰ ਵੀ ਸਤਿਗੁਰੂ ਜੀ ਨੇ ਆਖਿਆ ਕਿ ਸੱਚੇ ਨਾਮ ਤੋਂ ਬਿਨਾ, ਸੱਚ ਤੋਂ ਬਿਨਾ, ਸੱਚ ਗਿਆਨ ਤੋਂ ਬਿਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੰਨਣ ਤੋਂ ਬਿਨਾ ਜੋ ਕੁਝ ਧਰਮ ਦੇ ਨਾਂ ਤੇ ਮਰਜ਼ੀ ਕਰ ਲੈ, ਸਾਰਾ ਕੁਝ ਵਿਅਰਥ ਹੈ। ਵੱਧਦੀਆਂ ਜਾਣੀਆਂ ਚਿੰਤਾ ਦੇ ਰੋਗ, ਹਉਮੈ ਦੇ ਰੋਗ, ਕ੍ਰੋਧ ਦੇ ਰੋਗ, ਇਹ ਬੰਦਿਆਂ ਤੇਰੇ ਅੰਦਰ ਵੱਧਦੇ ਜਾਣਗੇ ਤੇ ਗਲਤਾਨ ਹੋ ਜਾਏਗਾ ਇਹਨਾਂ ਰੋਗਾਂ ਦੇ ਅੰਦਰ। ਸੱਚ ਨਾਮ ਤੋਂ ਬਿਨਾ, ਸੱਚਾ ਨਾਮ ਜਦੋਂ ਆਉਂਦਾ ਹੈ ਤਾਂ ਹੀ ਜਗ ਜੀਵਨ ਦਾਤਾ ਪਾਇਆ ਜਾਂਦਾ ਹੈ, ਤਾਂ ਹੀ ਆਖਿਆ ਜਾਂਦਾ ਹੈ ਵੱਡੇ ਕੀਆਂ ਵਡਿਆਈਆਂ, ਤੇ ਇਹ ਆਖਾਂਗੇ ਵਡਿਆਈ ਵੱਡਾ ਪਾਇਆ। ਵੱਡੇ ਅਕਾਲ ਪੁਰਖ ਵਾਹਿਗੁਰੂ ਨੂੰ ਉਹਦੀਆਂ ਵਡਿਆਈਆਂ ਸੱਚ ਨਾਮ ਦੇ ਦੁਆਰਾ ਕਰ ਕਰਕੇ ਅਸੀਂ ਉਹਨੂੰ ਪਾ ਲਿਆ ਹੈ। ਸਤਿਗੁਰੂ ਗਰੀਬ ਨਵਾਜ ਜੀ ਆਓ ਅੱਗੇ ਬੜੇ ਸੋਹਣੇ ਬਚਨ ਜਿਹੜੇ ਨੇ ਉਹ ਸਾਨੂੰ ਸਮਝਾਉਂਦੇ ਨੇ, ਸ਼ਬਦ ਦੇ ਰਾਹੀਂ ਸਰਵਣ ਕਰਨ ਦਾ ਯਤਨ ਕਰੋ। ਮਹਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਵਰਵਾਏ, ਲੱਖ ਤਪ ਉਪਰ ਹੀਰਥਾ, ਸਹਿਜ ਜੋਗ ਬਿਮਾਨ, ਲੱਖ ਸੂਤਨ ਸੰਗਰਾਮ, ਰਣ ਮੈਂ ਸੁਣੈ ਪੁਰਾਣ, ਲੱਖ ਸੂਤਨ ਸੰਗਰਾਮ, ਰਣ ਮੈਂ ਸੁਣੈ ਪੁਰਾਣ, ਲੱਖ ਸੁਰਜੀ ਲਖ ਰਾਮ, ਧਿਆਨ ਪੜੀਐ ਪਾਠ ਪੁਰਾਣ, ਜਿਨ ਕਰਤੈ ਕਰਨਾ ਕੀਆ, ਦੇਖਿਆ ਮਨ ਜਾਣ, ਨਾਨਕ ਮਤੀ ਵਿਦਿਆ, ਕਰਮ ਸਚਾਏ ਸਾਣ, ਨਾਨਕ ਮਤੀ ਵਿਦਿਆ, ਕਰਮ ਸਚਾਏ ਸਾਣ। ਸਤਿਗੁਰੂ ਜੀ ਨੇ ਬੜਾ ਕਲੀਅਰ ਕਰ ਦਿੱਤਾ, ਕਹਿੰਦੇ ਨੇ ਸੱਚੇ ਨਾਮ ਤੋਂ ਬਿਨਾ ਇੱਕ ਦੋ ਨਹੀਂ, ਸੱਚ ਨਾਮ ਤੋਂ ਬਿਨਾ ਭਾਵੇਂ ਮੈਂ ਲੱਖਾਂ ਹੀ ਨੇਕੀਆਂ ਕਰ ਲਵਾਂ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ। ਕਹਿੰਦੇ ਸੱਚ ਤੋਂ ਬਿਨਾ ਲੱਖਾਂ ਨੇਕੀਆਂ ਕਰ ਲੈ, ਸੱਚ ਤੋਂ ਬਿਨਾ ਚੰਗਿਆਈਆਂ ਵਾਲੇ ਕੰਮ ਜਿੰਨੇ ਮਰਜ਼ੀ ਕਰ ਲੈ। ਕਹਿੰਦੇ ਨੇ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਤੇ ਇਹ ਸਾਰਾ ਕੁਝ ਕਾਹਦੇ ਲਈ ਕਰ ਰਿਹਾ ਵੀ ਲੋਕੀ ਇਸ ਨੂੰ ਪ੍ਰਵਾਨ ਕਰਦੇ ਨੇ। ਜੋ ਚੰਗਾ ਕਰਨ ਵਾਸਤੇ ਤੂੰ ਕਰ ਰਿਹਾ ਤੇ ਇਸ ਕਰਕੇ ਕਰ ਰਿਹਾ ਇਹ ਵੀ ਲੋਕ ਪ੍ਰਵਾਨ ਕਰ ਲੈਣ,
ਬੰਦਾ ਕੋਈ ਵੀ ਕੰਮ ਕਰਦਾ ਨਾ, ਅੱਜ ਜੋ ਕੁਝ ਅੱਜ ਵੀ ਹੋ ਰਿਹਾ, ਮੈਂ ਇਸ ਕਰਕੇ ਥੋੜੀ ਕਰ ਰਿਹਾ ਕਿ ਗੁਰੂ ਪ੍ਰਵਾਨ ਕਰ ਲੈ, ਜਾਂ ਤੇ ਇਸ ਕਰਕੇ ਕਰ ਰਿਹਾ ਲੋਕ ਪ੍ਰਵਾਨ ਕਰ ਲੈਣ, ਜਾਂ ਇਸ ਕਰਕੇ ਕਰ ਰਿਹਾ ਹਾਂ ਕਿ ਜਿਹੜੇ ਮੇਰੇ ਤੋਂ ਵੱਡੀ ਧਿਰ ਵਾਲੇ ਨੇ, ਜਿਹੜੇ ਮੇਰੇ ਉੱਪਰ ਨੇ, ਉਹ ਖੁਸ਼ ਹੋ ਜਾਣ, ਉਹ ਪ੍ਰਵਾਨ ਕਰ ਲੈਣਾ। ਹਰੇਕ ਬੰਦਾ ਅੱਜ ਦੀ ਡੇਟ ਵਿੱਚ ਵੀ ਭਾਵੇਂ ਕਿਸੇ ਤਰ੍ਹਾਂ ਵੀ ਮਹਾਮਾਰੀ ਆਈ ਹੈ, ਸਾਰੇ ਸੰਸਾਰ ਅੰਦਰ ਦੁੱਖ ਹੈ, ਕੋਈ ਵਿਰਲਾ ਹੈ ਜਿਹੜਾ ਆਪਣੀ ਗੁਰੂ ਵਾਸਤੇ ਕਰ ਰਿਹਾ ਕਿ ਜੋ ਗੁਰੂ ਨੇ ਆਖਿਆ ਮੈਂ ਉਸ ਦੇ ਮੁਤਾਬਕ ਚੱਲਣਾ ਹੈ, ਉਵੇਂ ਮੈਂ ਕਰਨਾ ਹੈ, ਵਿੱਚ ਦੁਨੀਆ ਸੇਵ ਕਮਾਈਐ। ਪਰ ਐਵੇਂ ਕਿਉਂ, ਕਿਹੜਾ ਕਰ ਰਿਹਾ ਹੈ? ਉਹ ਕਰ ਰਿਹਾ ਜਿਹੜਾ ਗੁਰੂ ਮੁਤਾਬਕ ਚੱਲਦਾ। ਤੇ ਕਈ ਐਸੇ ਨੇ ਜਿਹੜੇ ਗੁਰੂ ਦੇ ਨਾਮ ਤੇ ਇਸ ਕਰਕੇ ਕਰ ਰਹੇ ਨੇ ਵੀ ਨਾਮ ਸਾਡਾ ਹੋਵੇ ਤੇ ਜਾਂ ਸਾਡੀ ਧਿਰ ਦਾ ਹੋਵੇ। ਮੈਂ ਥੋੜੀ ਕਹਿ ਰਿਹਾ, ਗੁਰੂ ਨੇ ਆਖਿਆ ਨਾਨਕ ਸੱਚੇ ਨਾਮ ਬਿਨ। ਤੇ ਜਦੋਂ ਐਸੇ ਲੋਕਾਂ ਨੂੰ ਤੁਸੀਂ ਸੱਚ ਦੱਸੋਗੇ, ਸੱਚਾ ਨਾਮ ਜਦੋਂ ਬਾਣੀ ਵਿੱਚੋਂ ਸੁਣਾਓਗੇ, ਤੇ ਬਾਬਾ ਆਖਦਾ ਸੱਚਾ ਨਾਮ ਸੁਣਦਿਆਂ ਹੀ ਐਸੇ ਬੰਦੇ ਸੜ ਜਾਂਦੇ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਝੂਠੇ ਬੰਦੇ ਸੜ ਨਹੀਂ ਜਾਂਦੇ। ਗੁਰਬਾਣੀ ਦਾ ਸੱਚ ਜਦੋਂ ਕਿਸੇ ਨੂੰ ਦੱਸੋ ਵੀ ਆਹ ਗੁਰਬਾਣੀ ਨੇ ਆਖਿਆ ਵੀ ਸੇਵਾ ਕਰਨੀ ਹੈ, ਲੋਕਾਂ ਨੂੰ ਸਾਰਾ ਕੁਝ ਦੇਣਾ, ਜਿਹਨੂੰ ਜੋ ਜਿਸ ਚੀਜ਼ ਦੀ ਲੋੜ ਹੈ ਦੇਣਾ ਹੈ, ਪਰ ਇਸ ਕਰਕੇ ਨਹੀਂ ਦੇਣਾ ਕਿ ਲੋਕ ਪ੍ਰਵਾਨ ਕਰ ਲੈਣ। ਮੈਂ ਇਸ ਕਰਕੇ ਦੇਣਾ ਹੈ ਵੀ ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗ ਹੈ ਵੈਸਰ ਕਹੋ ਨਾਨਕ ਬਾਹਾਂ ਲੜਾਈ ਹੈ। ਮੈਂ ਆਪਣੇ ਬਾਬੇ ਦੇ ਮੁਤਾਬਕ ਸੇਵਾ ਕਰਨੀ ਹੈ, ਦੂਜਿਆਂ ਦੇ ਮੁਤਾਬਕ ਥੋੜੀ ਕਰਨੀ ਵੀ ਮੇਰੇ ਉੱਪਰ ਜਿਹੜੇ ਮੇਰੇ ਬੌਸ ਨੇ ਉਹ ਖੁਸ਼ ਹੋ ਜਾਣ। ਨਾ ਨਾ, ਇਸ ਕਰਕੇ ਨਹੀਂ, ਪਰ ਇਸ ਕਰਕੇ ਧਰਮ ਦੇ ਨਾਂ ਤੇ ਵੀ ਕੀਤਾ ਜਾਂਦਾ ਹੈ, ਗੁਰੂ ਨੂੰ ਮੁੱਖ ਰੱਖ ਕੇ ਵੀ ਕੀਤਾ ਜਾਂਦਾ, ਆਪਣੇ ਆਪਣੇ ਇਸ਼ਟਾਂ ਨੂੰ ਮੁੱਖ ਰੱਖ ਕੇ ਵੀ ਬੰਦੇ ਕਰ ਰਹੇ ਨੇ। ਨਹੀਂ ਸੀ ਇਦਾਂ ਕਰਨਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਿਆ ਭਾਵੇਂ ਇਦਾਂ ਕਰ ਲੈ, ਇੱਕ ਵਾਰੀ ਦੋ ਵਾਰੀ ਨਹੀਂ, ਲੱਖਾਂ ਵਾਰੀ ਕਰ ਲੈ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਨ। ਲੱਖਾਂ ਵਾਰੀ ਧਰਮ ਦੇ ਨਾਂ ਤੇ ਕਰਮ ਕਰਦਾ ਹੈ, ਇੱਕ ਵਾਰੀ ਨਹੀਂ, ਲੱਖਾਂ ਵਾਰੀ। ਸਤਿਗੁਰੂ ਕਹਿਣ ਲੱਗੇ ਲੱਖ ਤਪ ਉੱਪਰ ਤੀਰਥਾਂ, ਲੱਖਾਂ ਵਾਰੀ ਤੀਰਥਾਂ ਤੇ ਜਾ ਕੇ ਤਪ ਕਰ। ਸਹਿਜ ਜੋਗ ਬੇਬਾਨ, ਕਹਿੰਦੇ ਲੱਖ ਸੂਰਤਨ ਸੰਗਰਾਮ, ਰਲ ਮੈਂ ਛੁੱਟੇ ਪ੍ਰਾਣ। ਆਪਣੇ ਆਪ ਨੂੰ ਵੱਡੇ ਵੱਡੇ ਪਹਿਲਵਾਨ, ਵੱਡੇ ਵੱਡੇ ਪਾਵਰ ਵਾਲੇ, ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਲੱਖਾਂ ਹੀ ਐਸੇ ਸੂਰਮੇ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਰਣ ਮੈਂ ਛੁੱਟੇ ਪ੍ਰਾਣ, ਆਪਣਾ ਆਪ ਨੂੰ ਮਿਟਾ ਜਾਂਦੇ। ਇੱਕ ਦੋ ਨਹੀਂ, ਲੱਖਾਂ ਹੀ, ਲੱਖਾਂ ਹੀ ਐਸੇ ਸੂਰਮੇ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਜਾਂਦਿਆਂ ਹੀ ਢਹਿ ਢੇਰੀ ਹੋ ਜਾਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਲੱਖ ਸੁਰਤੀ ਲੱਖ ਗਿਆਨ ਧਿਆਨ। ਇੱਕ ਵਾਰੀ ਨਹੀਂ, ਲੱਖਾਂ ਵਾਰੀ ਸੁਰਤ ਨੂੰ ਟਿਕਾਈਏ, ਲੱਖਾਂ ਵਾਰੀ ਪਖੰਡ ਕਰਾਂ ਹਾਂ ਧਰਮ ਦੇ ਨਾਂ ਤੇ, ਮੇਰੀ ਸੁਰਤ ਟਿਕ ਗਈ ਹੈ, ਮੇਰੀ ਲਿਵ ਲੱਗ ਗਈ ਹੈ। ਬਹੁਤ ਲੋਕ ਨੇ ਨਾ ਐਸੇ, ਤੇ ਐਸੇ ਲੋਕਾਂ ਦਾ ਪ੍ਰਚਾਰ ਕਰਨ ਵਾਲੇ ਵੀ ਲੱਖਾਂ ਹੀ ਲੋਕ ਨੇ ਵੀ ਸਾਡੇ ਜੀ ਮਹਾਂਪੁਰਖਾਂ ਦੀ ਸੁਰਤ ਲੱਗ ਗਈ ਸੀ। ਕਿ ਤੈਨੂੰ ਕਿਵੇਂ ਪਤਾ ਲੱਗਾ ਕਿ ਤੇਰੇ ਮਹਾਂਪੁਰਖਾਂ ਦੀ ਸੁਰਤ ਲੱਗੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਮਤਲਬ ਕਿ ਬੰਦਿਆ ਤੂੰ ਵੀ ਅੰਤਰਜਾਮੀ ਹੈ। ਤੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹ ਕੇ ਇਹ ਮੰਨਦੇ ਆ ਨਾ ਕਿ ਅੰਤਰਜਾਮੀ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ, ਗੁਰੂ ਅੰਤਰਜਾਮੀ ਹੈ। ਬੰਦਾ ਕਦੋਂ ਦਾ ਅੰਤਰਜਾਮੀ ਹੋਇਆ ਜੀ, ਜਿਹੜਾ ਇਹ ਆਖਣ ਲੱਗ ਪਿਆ ਸਾਡੇ ਮਹਾਂਪੁਰਖਾਂ ਦੀ ਬਿਰਤੀ ਤੇ ਸਦਾ ਹੀ ਲੱਗੀ ਰਹਿੰਦੀ ਸੀ। ਕਿ ਤੈਨੂੰ ਕਿਵੇਂ ਪਤਾ ਹੋਣ ਲੱਗ ਗਿਆ? ਜਿਹੜਾ ਲਾ ਰਿਹਾ ਬਿਰਤੀ ਉਹਨੂੰ ਤੇ ਪਤਾ ਹੋਵੇ, ਪਰ ਉਹ ਵੀ ਟੁੱਟਿਆ ਹੋਇਆ ਹੈ। ਧਰਮ ਦੇ ਨਾਂ ਤੇ ਉਹ ਕਰਮ ਕਰ ਰਿਹਾ, ਤੇ ਧਰਮ ਦੇ ਨਾਂ ਤੇ ਅੱਜ ਦੀ ਡੇਟ ਵਿੱਚ ਜਿੰਨਾ ਬੰਦਾ ਕਰਮ ਕਰੇਗਾ ਨਾ, ਉਹਨਾਂ ਉਸ ਨੂੰ ਧਰਮੀ ਮੰਨਿਆ ਜਾਏਗਾ। ਉਸ ਨੂੰ ਥੋੜੀ ਧਰਮੀ ਮੰਨਿਆ ਜਾਏਗਾ ਜਿਹੜਾ ਸੱਚ ਗੁਰਬਾਣੀ ਮੁਤਾਬਕ ਚੱਲਦਾ ਹੈ।
ਵਿਖਾਵਾ ਕਰਨ ਵਾਲਿਆਂ ਨੂੰ, ਧਰਮ ਦੇ ਨਾਂ ਤੇ ਖੇਖਣ ਕਰਨ ਵਾਲਿਆਂ ਨੂੰ ਮੰਨਿਆ ਜਾਂਦਾ ਹੈ ਕਿ ਵਾਕਿਆ ਹੀ ਇਹ ਧਰਮੀ ਨੇ, ਅਸਲ ਵਿੱਚ ਧਰਮੀ ਹੁੰਦੇ ਨਹੀਂ। ਤੇ ਬਾਬਾ ਮੇਰਾ ਬੜੇ ਪਿਆਰ ਨਾਲ ਸਮਝਾਉਂਦਾ ਹੈ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀ ਹੈ ਪਾਠ ਪੁਰਾਣ, ਸਾਰੇ ਹੀ ਵੇਦ ਪਾਠ ਸ਼ਾਸਤਰ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥ ਭਾਵੇਂ ਉਹਨਾਂ ਦੇ ਕਿੰਨੀ ਵਾਰੀ ਪਾਠ ਵੀ ਕਿਉਂ ਨਾ ਕੀਤੇ ਜਾਣ, ਲੱਖਾਂ ਵਾਰੀ ਭਾਵੇਂ ਧਾਰਮਿਕ ਗ੍ਰੰਥਾਂ ਦੇ ਪਾਠ ਕਰਵਾ ਲਏ ਜਾਣ, ਪਰ ਨਾਨਕ ਸੱਚੇ ਨਾਮ ਦੇ ਸਾਰਾ ਕੁਝ ਫੇਲ ਹੈ, ਸਾਰਾ ਕੁਝ ਵਿਅਰਥ ਹੈ, ਸਾਰਾ ਕੁਝ ਝੂਠਾ। ਲੱਖਾਂ ਵਾਰੀ ਤੇ ਅਸੀਂ ਵੀ ਇਹ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਪਾਠ ਨੂੰ, ਤੁਹਾਡੀ ਬਾਣੀ ਨੂੰ ਅਸੀਂ ਲੱਖਾਂ ਵਾਰੀ ਭਾਵੇਂ ਪੜ੍ਹ ਸੁਣ ਲਈਏ, ਜੇ ਤੁਹਾਡੀ ਬਾਣੀ ਨੂੰ ਮੰਨਿਆ ਨਹੀਂ, ਸੱਚ ਇਹ ਹੈ ਵਿਅਰਥ ਹੈ। ਗੁਰਬਾਣੀ ਸੱਚ ਹੈ ਨਾ, ਗੁਰਬਾਣੀ ਨਾਮ ਸੱਚ ਹੈ। ਜੇ ਗੁਰਬਾਣੀ ਨਾਮ ਸੱਚ ਨੂੰ ਆਪਣੇ ਹਿਰਦੇ ਅੰਦਰ ਨਹੀਂ ਵਸਾਇਆ, ਗੁਰਬਾਣੀ ਮੁਤਾਬਕ ਨਹੀਂ ਚੱਲੇ, ਤੇ ਪਾਠ ਕੀਤੇ ਤੇ ਕਰਾਉਣ ਦਾ ਕੀ ਲਾਭ? ਮੈਂ ਨਹੀਂ ਜੀ ਆਖਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ, ਕਿਆ ਪੜ੍ਹੀਏ ਕਿਆ ਸੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ। ਜੇ ਤੇਰੇ ਅੰਦਰ ਬੰਦਿਆ ਸਹਿਜ ਹੀ ਨਹੀਂ ਆ ਕੇ ਟਿਕਿਆ, ਕਿੰਨੇ ਬੰਦੇ ਨੇ ਜੀ ਅੱਜ ਜਿਹੜੇ ਧਰਮ ਦੇ ਨਾਂ ਤੇ ਕਰਮ ਕਰ ਰਹੇ ਨੇ, ਤੇ ਉਹਨਾਂ ਅੰਦਰ ਸਹਿਜ ਟਿਕਿਆ ਹੋਵੇ, ਤੜਫਦੇ ਫਿਰਦੇ ਨੇ ਵਿਚਾਰੇ। ਤੇ ਇਹ ਵੀ ਗੱਲ ਮੇਰੇ ਬਾਬੇ ਨੇ ਆਖੀ ਹੈ, ਜਿਉਂ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਤਪ ਖਪੇ ਬਹੁਤ ਬੇਕਾਰ, ਤਪਦੇ ਪਏ ਨੇ, ਸੜਦੇ ਪਏ ਨੇ। ਕਿਉਂ? ਕਿਉਂਕਿ ਧਰਮ ਦੇ ਨਾਂ ਤੇ ਕਰਮ ਤੇ ਕਰਦੇ ਨੇ, ਪਰ ਅੰਦਰਲੀ ਤਪਸ਼ ਨੂੰ ਬੁਝਾਉਣ ਵਾਲੀ ਜਿਹੜੀ ਬਾਣੀ ਹੈ ਨਾ, ਉਹ ਅੰਦਰ ਟਿਕੀ ਨਹੀਂ, ਅੰਦਰ ਵਸੀ ਨਹੀਂ। ਅੰਦਰੋਂ ਈਰਖਾ ਕਰਕੇ ਵੀ ਤਪੇ ਹੋਏ ਨੇ, ਅੰਦਰੋਂ ਤ੍ਰਿਸ਼ਨਾ ਕਰਕੇ ਵੀ ਤਪੇ ਹੋਏ ਨੇ, ਅੰਦਰੋਂ ਕ੍ਰੋਧ ਕਰਕੇ ਵੀ ਵਿਚਾਰੇ ਤਪੇ ਹੋਏ ਨੇ। ਤੇ ਸਤਿਗੁਰੂ ਜੀ ਅਖੀਰ ਆਖਦੇ ਕਹਿੰਦੇ, ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਣ। ਇਹ ਨਾਨਕ, ਜਿਸ ਕਰਤੇ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਤੇ ਉਹ ਆਪ ਜਾਣਦਾ ਹੈ ਵੀ ਉਹਨੇ ਕਿਵੇਂ ਪੈਦਾ ਕਰਨਾ ਹੈ, ਕਿਵੇਂ ਪ੍ਰਤਪਾਲਨਾ ਕਰਨੀ ਹੈ, ਕਿਵੇਂ ਉਹਨੇ ਜਿੰਦ ਦੇਣੀ ਹੈ ਤੇ ਜਿੰਦ ਕੱਢਣੀ ਹੈ। ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਕਰਮ ਸੱਚਾ ਨਿਸ਼ਾਨ, ਉਹਦੀ ਬਖਸ਼ਿਸ਼ ਦੇ ਨਾਲ ਹੀ ਉਹ ਪ੍ਰਾਪਤ ਹੋਣਾ ਹੈ। ਗੁਰੂ ਦੀ ਬਖਸ਼ਿਸ਼ ਦੇ ਦੁਆਰਾ ਹੀ ਉਹ ਕਰਤਾ ਮੈਨੂੰ ਮਿਲਣਾ ਹੈ। ਉਸ ਕਰਤੇ ਦੀ ਪਹਿਚਾਨ ਹੋਣੀ ਹੈ ਕੁਦਰਤ ਦੇ ਵਿੱਚੋਂ, ਜਦੋਂ ਕੁਦਰਤ ਦੇ ਨਾਲ ਮੇਰੀ ਮੁਹੱਬਤ ਹੋਏਗੀ। ਨਹੀਂ ਤੇ ਮੈਂ ਆਪਣੀ ਮਤ ਦੇ ਦੁਆਰਾ ਹੀ ਨਾਨਕ ਜਿੰਨਾ ਕੁਝ ਮਰਜ਼ੀ ਮਿਥ ਲਵਾਂ। ਤੇ ਮਿਥੇ ਹੋਏ ਦਾ ਮਤਲਬ ਕੀ ਹੈ? ਝੂਠ, ਮਿਥਿਆ ਹੋਇਆ, ਨਾਸਮੰਤ, ਖਤਮ। ਤੇ ਬਾਬੇ ਨੇ ਆਖਿਆ, ਆਓ ਆਪਣੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਧਾਰਨ ਕਰਕੇ ਨਾ, ਤੇ ਗੁਰੂ ਮੁਤਾਬਕ ਮੈਂ ਚੱਲਾਂ ਤੇ ਆਖਾਂ, हे ਬਾਬਾ ਮੈਨੂੰ ਤੇਰਾ ਚਲਾਇਆ ਹੋਇਆ ਪੰਧ ਮਿਲ ਗਿਆ ਹੈ, ਮੈਂ ਉਸ ਪੰਧ ਤੇ ਚੱਲਣ ਜੋਗਾ ਹੋ ਗਿਆ। ਜਿਹੜੀਆਂ ਸ਼ਰਤਾਂ ਤੈਂ ਰੱਖੀਆਂ ਸੀ ਨਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਕਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਮੈਂ ਸੱਚਮੁੱਚ ਉਹ ਸਾਰਾ ਕੁਝ ਪ੍ਰਵਾਨ ਕਰ ਲਿਆ, ਅੱਜ ਤੇਰੇ ਮਾਰਗ ਤੇ ਚੱਲਣ ਲਈ ਤਿਆਰ ਹੋ ਗਿਆ ਹਾਂ। ਆਓ ਪੌੜੀ ਦਾ ਪਾਠ ਜਿਹੜਾ ਸ਼ਬਦ ਰੂਪ ਵਿੱਚ ਸ਼ਰਵਣ ਕਰੀਏ। ਪੌੜੀ ਸੱਚਾ ਸਹਬਈ ਜਿਨ ਸੱਚੋ ਸੱਚ ਵਰਤਾਇਆ, ਜਿਸੁ ਦੇ ਸੰਗਲ ਤਾ ਕਿੰਦੀ ਸੱਚ ਕਮਲ ਮਿਲ ਸੱਚ ਪਾਇਆ। ਜਿਨ ਕਹਿ ਹਿਰਦੈ ਸਾਜਨ ਸਾਇਆ, ਸਤ ਜਨਦੀ ਮਨ ਮੁਕਤੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਸਵਾਲ ਬੜਾ ਪਿਆਰਾ ਪੈਦਾ ਹੋਇਆ।
ਮਹਾਰਾਜ ਆਖਦੇ ਨੇ ਵੀ ਨਾਨਕ ਸੱਚੇ ਨਾਮ ਦੇ ਪਿੱਛੇ ਸ਼ਲੋਕ ਵਿੱਚ ਆਇਆ, ਇਹ ਸੱਚ ਸਾਨੂੰ ਮਿਲੇ ਕਿੱਥੋਂ? ਜਿਸ ਸੱਚ ਦੇ ਦੁਆਰਾ ਧਰਮ ਦੇ ਨਾਂ ਤੇ ਕਰ ਰਹੇ ਕਰਮ ਛੱਡਣੇ ਨੇ ਤੇ ਕੇਵਲ ਸੱਚ ਨੂੰ ਧਿਆਉਣਾ ਹੈ, ਕੇਵਲ ਸੱਚ ਨੂੰ ਹੀ ਆਹਾਰ ਬਣਾਉਣਾ ਹੈ, ਕੇਵਲ ਸੱਚ ਦੇ ਮੁਤਾਬਕ ਚੱਲਣਾ ਹੈ। ਧਰਮ ਦੇ ਨਾਂ ਤੇ ਜਿਹੜੇ ਕਰਮ ਕਰ ਰਹੇ ਆ, ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟੈ। ਇਹਨਾਂ ਧਰਮ ਦੇ ਨਾਂ ਤੇ ਹੋ ਰਹੇ ਕਰਮਾਂ ਨੇ ਤੇ ਜਗਤ ਨੂੰ ਲੁੱਟਿਆ ਹੀ ਹੈ ਨਾ, ਕੋਈ ਲਾਭ ਥੋੜੀ ਹੋਇਆ। ਧਰਮ ਦੇ ਨਾਂ ਤੇ ਧਾਰਮਿਕ ਅਸਥਾਨਾਂ ਨੇ ਲੁੱਟਿਆ ਹੀ ਹੈ ਨਾ, ਕੋਈ ਲਾਭ ਥੋੜੀ ਹੋਇਆ। ਤੇ ਅੱਜ ਸਮੁੱਚੇ ਧਾਰਮਿਕ ਅਸਥਾਨਾਂ ਦੇ ਅੰਦਰ ਜਦੋਂ ਚੜਾਵਾ ਘੱਟ ਹੋਇਆ ਤੇ ਚਿੰਤਾ ਖੜੀ ਹੋ ਗਈ। ਅੱਜ ਇੱਕ ਚਿੰਤਾ ਤੇ ਇਸ ਗੱਲ ਦੀ ਹੈ ਵੀ ਇਹ ਮਹਾਮਾਰੀ ਜਿਹੜੀ ਆਈ ਹੋਈ ਹੈ ਜਾਏਗੀ ਕਦੋਂ। ਦੂਜੀ ਇਹ ਵੀ ਹੈ ਵੀ ਹੁਣ ਕੀ ਕੀਤਾ ਜਾਏ। ਬਾਬਾ ਮੇਰਾ ਆਖਦਾ ਹੈ ਕਿ ਤੇ ਸੱਚ ਨਾਲ ਜੁੜਿਆ ਹੁੰਦਾ, ਕੇਵਲ ਮੈਂ ਗੁਰੂ ਦੀ ਬਾਣੀ ਨਾਲ ਜੁੜਿਆ ਹੁੰਦਾ ਨਾ, ਤੇ ਜਿਵੇਂ ਪਹਿਲਾਂ ਉਹ ਸਿੱਖੜੇ ਵਿਚਾਰੇ ਗੁਰਬਾਣੀ ਨੂੰ ਕੇਵਲ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਸੀ ਨਾ, ਇਸ ਗੁਰਬਾਣੀ ਦੇ ਨਾਮ ਤੇ ਧੰਦਾ ਨਹੀਂ ਸੀ ਨਾ ਕਰਦੇ, ਕੇਵਲ ਉਹਨਾਂ ਵਰਗਾ ਜੀਵਨ ਹੁੰਦਾ ਨਾ, ਸੱਚਮੁੱਚ ਮੈਂ ਕਿਤੇ ਪਹੁੰਚ ਜਾਂਦਾ। ਅੱਜ ਮੈਨੂੰ ਚਿੰਤਾ ਨਾ ਹੁੰਦੀ ਕਿਸੇ ਪ੍ਰਕਾਰ ਦੀ। ਧਰਮ ਦੇ ਅਦਾਰੇ ਹੀ ਅਸੀਂ ਏਡੇ ਵੱਡੇ ਵੱਡੇ, ਧਰਮ ਦਾ ਅਦਾਰਾ ਬੜਾ ਵੱਡਾ ਹੋਣਾ ਚਾਹੀਦਾ ਸੀ। ਹੋਣਾ ਤਾਂ ਸੀ ਜੇ ਅਸੀਂ ਵਾਕਿਆ ਹੀ ਆਪਣੇ ਪੁਰਖਿਆਂ ਦੇ ਕੋਲੋਂ ਕੁਝ ਸਿੱਖ ਲਈਏ। ਗੁਰਦੁਆਰਿਆਂ ਦੇ ਅੰਦਰ ਇਤਿਹਾਸ ਦੀ ਕਥਾ ਤੇ ਹੁੰਦੀ ਹੈ, ਪਰ ਸਿੱਖੀ ਕਿੰਨੇ ਹੈ? ਇਤਿਹਾਸ ਦੀ ਵਿਚਾਰ ਤੇ ਹੋ ਰਹੀ ਹੈ। ਇਤਿਹਾਸ ਹਰੇਕ ਗ੍ਰੰਥ ਦੇ ਵਿੱਚੋਂ ਕਥਾ ਕੀਤੀ ਜਾ ਰਹੀ ਹੈ, ਸਾਖੀਆਂ ਸੁਣਾਈਆਂ ਜਾ ਰਹੀਆਂ, ਪਰ ਉਹਨਾਂ ਸਾਖੀਆਂ ਦੇ ਮੁਤਾਬਕ ਜੀਵਨ ਹੋਇਆ ਕਿਹਦਾ? ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਭਾਈ ਜੇ ਸੱਚ ਲੈਣਾ ਹੈ ਤੇ ਸੱਚ ਕਿਹਦੇ ਕੋਲ ਹੈ? ਸੱਚ ਕੌਣ ਹੈ? ਮਹਾਰਾਜ ਕਹਿੰਦੇ ਸੱਚਾ ਸਾਹਿਬ ਏਕ ਤੂੰ। ਕੇਵਲ ਹੈ ਮੇਰੇ ਸਾਹਿਬ, ਸੱਚਾ ਕੇਵਲ ਇੱਕ ਤੂੰ ਹੀ ਹੈ, ਤੇਰੇ ਤੋਂ ਬਿਨਾ ਹੋਰ ਕੁਝ ਕਿਹਨੂੰ ਮੈਂ ਆਖਾਂ ਵੀ ਇਹਦੇ ਕੋਲੋਂ ਜਾ ਕੇ ਸੱਚ ਲਵਾਂ। ਜਿਹੜਾ ਤੇਰੇ ਨਾਮ ਤੇ ਠੱਗੀਆਂ ਮਾਰਿਆ ਕਿ ਅੱਜ ਉਹੀ ਹੋ ਰਿਹਾ ਨਾ ਵੀ ਭਾਵੇਂ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਮੁਤਾਬਕ ਚੱਲ ਰਿਹਾ ਨਾ, ਤੇ ਝੂਠਾ ਬੰਦਾ ਆ ਕੇ ਸਿਖਾਉਂਦਾ ਮੈਂ ਤੈਨੂੰ ਦੱਸਦਾ ਵੀ ਸੱਚ ਕੀ ਹੁੰਦਾ। ਧਾਰਮਿਕ ਸਥਾਨਾਂ ਦੇ ਅੰਦਰ ਇਹੀ ਕੁਝ ਹੋ ਰਿਹਾ ਨਾ ਵੀ ਮੈਂ ਤੈਨੂੰ ਸਿਖਾਉਣਾ, ਯਾਰ ਤੈਨੂੰ ਸੱਚ ਦਾ ਤੇ ਪਤਾ ਨਹੀਂ, ਸੱਚਾ ਤੇ ਮੈਂ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਕਹਿੰਦੇ ਸੱਚਾ ਸਾਹਿਬ ਏਕੂ ਜਿਨ ਸੱਚੋ ਸੱਚ ਵਰਤਾਇਆ। ਜਿਸ ਰੱਬ ਜੀ ਨੇ ਸੱਚ ਹੀ ਕੇਵਲ ਵਰਤਾਇਆ ਹੋਇਆ, ਉਹ ਵਰਤਾ ਰਿਹਾ ਹੈ, ਤੇ ਉਸ ਸੱਚ ਨੂੰ ਲੈਣ ਵਾਲਾ ਕੋਈ ਹੋਵੇ ਨਾ, ਉਹਦਾ ਸੱਚ ਤੇ ਵਰਤ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਤੇ ਵਰਤ ਰਿਹਾ ਹੈ, ਬਾਬੇ ਨੇ ਪਰੋਸ ਕੇ ਸਾਡੇ ਸਾਹਮਣੇ ਅੱਗੇ ਰੱਖਿਆ ਹੈ, ਪਰ ਹੁਣ ਮੈਨੂੰ ਭੁੱਖ ਲੱਗੇਗੀ ਤੇ ਮੈਂ ਖਾਵਾਂਗਾ। ਜਦੋਂ ਮੇਰੇ ਅੰਦਰ ਹੀ ਉਤਸ਼ਾਹ ਨਹੀਂ ਤੇ ਮੈਂ ਖਾ ਕਿਵੇਂ ਲਵਾਂਗਾ? ਮੇਰਾ ਜਦੋਂ ਜੀ ਨਹੀਂ ਕਰਦਾ ਤੇ ਮੈਂ ਉਸ ਸੱਚ ਨੂੰ ਕਿਵੇਂ ਧਾਰਨ ਕਰਾਂ? ਕਿਉਂਕਿ ਮੇਰਾ ਅਜੇ ਜੀ ਉੜਿਆਰੀ ਜਾਏ ਵਾਲੇ ਨਾਲ ਲੱਗਾ ਹੋਇਆ ਹੈ। ਮਹਾਰਾਜ ਕਹਿੰਦੇ ਨੇ ਆਓ ਉਹਦਾ ਸੱਚ ਵਰਤ ਰਿਹਾ ਹੈ, ਉਸ ਸੱਚ ਨੂੰ ਅਸੀਂ ਧਾਰਨ ਕਰ ਲਈਏ ਗੁਰਬਾਣੀ ਦੇ ਵਿੱਚੋਂ। ਉਹ ਸੱਚਾ ਸਾਹਿਬ ਹੈ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚ। ਇਹ ਰੱਬ ਜੀ ਜਿਸ ਨੂੰ ਤੂੰ ਸੱਚ ਦੇਣਾ ਏ ਤੇ ਅਗਲਾ ਲੈਣ ਵਾਲਾ ਅੱਗੇ ਝੋਲੀ ਅੱਡ ਕੇ ਖੜਾ ਨਾ ਵੀ ਮੈਨੂੰ ਸੱਚ ਦੀ ਲੋੜ ਹੈ, ਉਸ ਨੂੰ ਤੂੰ ਸੱਚ ਦੇ ਦੇਣਾ ਹੈ ਤਾਂ ਤਿੰਨੀ ਸੱਚ ਕਮਾਇਆ। ਫਿਰ ਉਹ ਭਗਤ ਜਨ, ਉਹ ਤੇਰਾ ਪਿਆਰਾ ਤੇਰੇ ਸੱਚ ਦੀ ਕਮਾਈ ਕਰਦਾ ਹੈ, ਤੇਰੇ ਸੱਚ ਦੇ ਦੁਆਰਾ, ਤੇਰੇ ਨਾਮ ਦੇ ਦੁਆਰਾ ਉਹ ਜਿਉਂਦਾ ਹੈ। ਇਹ ਆਖਦਾ ਹੈ ਗੁਰਬਾਣੀ ਮੈਂ ਆਧਾਰ ਹੈ। ਗੁਰਬਾਣੀ ਦਾ ਆਧਾਰ ਬਣਾ ਦਿੱਤਾ ਹੈ। ਉਹ ਇਹ ਗੱਲ ਮੰਨ ਲੈਂਦਾ ਹੈ ਕਿ ਗੁਰਬਾਣੀ ਮੇਰਾ ਆਧਾਰ ਹੈ, ਬਸ ਮੈਂ ਗੁਰਬਾਣੀ ਦੇ ਵਿੱਚ ਲੱਗਣਾ ਹੈ। ਗੁਰਬਾਣੀ ਸੱਚ ਦੁਆਰਾ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਜਿਉਣੀ ਹੈ। ਸੱਚੇ ਪਾਤਸ਼ਾਹ ਆਖਦੇ ਨੇ ਸਤਿਗੁਰ ਮਿਲਿਆ
ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ। ਕਹਿੰਦੇ ਨੇ ਸੱਚੇ ਸਤਿਗੁਰੂ ਨੂੰ ਮਿਲ ਕੇ ਹੀ ਸੱਚ ਪਾਈਦਾ ਹੈ। ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਨੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚ ਵਸਾ ਦਿੱਤਾ ਨਾ, ਉਹ ਸੱਚੇ ਸਤਿਗੁਰੂ ਕੋਲ ਹੀ ਹੁੰਦੇ ਨੇ। ਉਹ ਸੱਚੇ ਸਤਿਗੁਰੂ ਦੇ ਦੁਆਰਾ ਹੀ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ। ਤੇ ਮਹਾਰਾਜ ਕਹਿੰਦੇ ਇੱਕ ਦੁਨੀਆ ਵਿੱਚ ਐਸੇ ਬੰਦੇ ਵੀ ਨੇ ਜਿਨ੍ਹਾਂ ਨੂੰ ਸੱਚ ਚੰਗਾ ਨਹੀਂ ਲੱਗਦਾ, ਉਹ ਸੱਚ ਨੂੰ ਜਾਣ ਨਹੀਂ ਸਕੇ, ਤੇ ਉਹਨਾਂ ਨੂੰ ਗੁਰੂ ਨੇ ਕੀ ਆਖਿਆ? ਮੂਰਖ, ਸੱਚ ਨਾ ਜਾਣਨੀ। ਮੂਰਖ ਬੰਦੇ ਸੱਚ ਨੂੰ ਨਹੀਂ ਜਾਣਨਾ ਚਾਹੁੰਦੇ। ਮੂਰਖ ਬੰਦੇ ਸੱਚ ਨੂੰ ਨਹੀਂ ਜਾਣਨਾ ਚਾਹੁੰਦੇ, ਤੇ ਉਹ ਮੂਰਖ ਬੰਦੇ ਭਾਵੇਂ ਧਾਰਮਿਕ ਲਿਬਾਸ ਵਿੱਚ ਵੀ ਤੇ ਹੋ ਸਕਦੇ ਆ ਨਾ। ਕਿਉਂਕਿ ਇੱਕ ਮੁਹਾਵਰਾ ਵਰਤਿਆ ਜਾਂਦਾ ਨਾ ਵੀ ਮੂਰਖਾਂ ਦੇ ਕਿਹੜੇ ਸਿੰਘ ਹੁੰਦੇ ਆ। ਮੂਰਖਾਂ ਦੇ ਕਿਹੜੇ ਸਿੰਘ ਹੁੰਦੇ? ਮੂਰਖ ਬੰਦਾ ਕਿਹੜਾ ਹੈ? ਜਿਹੜਾ ਸੱਚ ਨੂੰ ਜਾਣਨਾ ਨਹੀਂ ਚਾਹੁੰਦਾ, ਕੇਵਲ ਆਪਣੀ ਚੌਧਰ ਚਲਾਉਣਾ ਚਾਹੁੰਦਾ ਹੈ ਵੀ ਮੇਰੀ ਚੌਧਰ ਚੱਲੇ, ਮੈਂ ਜੋ ਕੁਝ ਕਹਿੰਦਾ ਹਾਂ ਉਹ ਕੁਝ ਹੋਵੇ, ਭਾਵੇਂ ਸੱਚ ਤੋਂ ਬਿਨਾਂ ਹੋਵੇ। ਸਤਿਗੁਰੂ ਜੀ ਆਖਦੇ ਨੇ ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਐਸੇ ਸੱਚ ਨੂੰ ਨਾ ਜਾਣਨ ਵਾਲੇ ਮੂਰਖ ਬੰਦੇ ਆਪਣੇ ਜਨਮ ਨੂੰ ਵਿਅਰਥ ਹੀ ਗਵਾ ਲੈਂਦੇ ਨੇ, ਤੇ ਅਖੀਰ ਬਾਬੇ ਨੇ ਉਹਨਾਂ ਨੂੰ ਤਾੜਨਾ ਕੀਤੀ ਮੂਰਖਾਂ ਨੂੰ। ਪਤਾ ਕੀ ਆਖਿਆ? ਕਹਿੰਦੇ ਵਿੱਚ ਦੁਨੀਆ ਕਾਹੇ ਆਇਆ? ਮੈਨੂੰ ਦੱਸ, ਜੇ ਸੱਚ ਨੂੰ ਜਾਣਨਾ ਨਹੀਂ ਚਾਹੁੰਦਾ ਤੇ ਦੁਨੀਆ ਵਿੱਚ ਕੀ ਲੈਣ ਆਇਆ? ਗੁਰੂ ਅਮਰਦਾਸ ਸਾਹਿਬ ਜੀ ਵੀ ਆਖਦੇ ਨੇ, ਆਓ ਪੰਕਤੀ ਪੜ੍ਹ ਕੇ ਦੇ ਨਾਲ ਹੀ ਸਮਾਪਤੀ ਕਰੀਏ। ਜਿੱਥੇ ਬਾਬੇ ਨੇ ਆਖਿਆ ਨਾ ਅਸਾ ਕੀ ਵਾਰ ਦੀ ਪੌੜੀ ਅੰਦਰ 8ਵੀਂ ਪੌੜੀ ਅੰਦਰ ਵੀ ਵਿੱਚ ਦੁਨੀਆ ਕਾਹੇ ਆਇਆ? ਦੁਨੀਆ ਵਿੱਚ ਕਿਉਂ ਆਇਆ? ਫਿਰ ਤੂੰ ਕੀ ਲੈਣ ਵਾਸਤੇ ਆਇਆ ਜੇ ਸੱਚ ਨੂੰ ਨਹੀਂ ਜਾਣਨਾ? ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਖਦੇ ਨੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏਗਾ, ਕਿਆ ਤੁਧ ਕਰਮ ਕਮਾਇਆ? ਇਹ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ। ਦੱਸ ਤਾਂ ਸਹੀ ਕਿਹੜਾ ਕਰਮ ਕੀਤਾ ਆ ਕੇ ਤੈਂ, ਜਿਹੜੇ ਕੰਮ ਤੇਰੇ ਨੂੰ ਦੇਖ ਕੇ ਮੈਂ ਆਪਣੀ ਗਲੇ ਨਾਲ ਤੈਨੂੰ ਲਾਵਾਂ। ਤੂੰ ਜੇ ਕੋਈ ਕੰਮ ਕੀਤਾ ਵੀ ਹੈ ਨਾ ਤੇ ਇੰਜ ਹੀ ਕੀਤਾ, ਲੱਖ ਲਿਖੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਤੇ ਉਹ ਤੇਰੇ ਲੱਖਾਂ ਕੰਮ ਕੀਤੇ ਹੋਏ ਨਾ ਨਾਨਕ ਸੱਚੇ ਨਾਮ ਬਿਨਾ। ਗੁਰਬਾਣੀ ਦੇ ਮੁਤਾਬਕ ਨਹੀਂ ਕੀਤਾ। ਮੈਂ ਕੰਮ ਕਰਦਾ, ਹਰੇਕ ਗੁਰਸਿੱਖ ਭਾਈ ਜਿਹੜਾ ਇਹ ਗੱਲ ਆਖਦਾ, ਗੁਰਸਿੱਖਾ ਤੇਰਾ ਹਰੇਕ ਕੰਮ ਜਿਹੜਾ ਨਾ ਉਹ ਗੁਰਬਾਣੀ ਗੁਰੂ ਮੁਤਾਬਕ ਹੋ। ਆਓ ਜਦੋਂ ਗੁਰਬਾਣੀ ਗੁਰੂ ਮੁਤਾਬਕ ਸਾਡੇ ਕਰਮ ਹੋ ਗਏ ਨਾ ਤੇ ਸਾਡੇ ਹੋ ਜਾਣਗੇ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਯੋਗ ਨੇ। ਬੁਲਾਓ ਫਤਿਹ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।